ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਮੇਜਰ ਗੁਰਦੀਪ ਸਿੰਘ ਸਮਰਾ ਮੌਜੂਦ ਨੇ, ਆਰਮੀ ਤੋਂ ਰਿਟਾਇਰਡ ਨੇ। ਅਸੀਂ ਗੱਲਬਾਤ ਕਰਾਂਗੇ ਕਿ ਇੱਕ ਤਾਂ ਭਾਰਤ ਤੇ ਚੀਨ ਦੇ ਵਿਚਾਲੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਲੱਦਾਖ ਦੇ ਉੱਤੇ, ਪਿਛਲੇ ਸਮੇਂ 'ਚ ਸਾਡੇ ਫੌਜ ਦੇ ਜਵਾਨ ਜਿਹੜੇ ਉੱਥੇ ਸ਼ਹੀਦ ਹੋਏ, ਤੇ ਭਾਰਤ ਸਰਕਾਰ ਭਾਵੇਂ ਕਿੰਨਾ ਵੀ ਕਹਿ ਦੇਵੇ ਕਿ ਉੱਥੇ ਹਾਲਾਤ ਸੁਖਾਵੇਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਈ ਲੈਵਲ ਦੀ ਮੀਟਿੰਗ ਹੋ ਗਈ ਆ, ਪਰ ਫਿਰ ਵੀ ਰਾਜਨਾਥ ਸਿੰਘ ਜਿਹੜੇ ਗ੍ਰਹਿ ਮੰਤਰੀ ਨੇ, ਉਹਨਾਂ ਦਾ ਬਿਆਨ ਪਿਛਲੇ ਦਿਨਾਂ 'ਚ ਜਿਹੜਾ ਚਰਚਾ ਵਿੱਚ ਰਿਹਾ, ਉਹਨਾਂ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦੀ ਜੰਗ ਦੇ ਲਈ ਤਿਆਰ ਆ, ਅਸੀਂ ਜਿੱਤਾਂਗੇ ਜ਼ਰੂਰ। ਇਹ ਚਲੋ ਸਾਰੀਆਂ ਸਰਕਾਰਾਂ ਕਹਿੰਦੀਆਂ ਹੀ ਹੁੰਦੀਆਂ। ਉਹਦੇ ਵਿਚਾਲੇ ਅਗਨੀਪਥ ਦੀ ਯੋਜਨਾ ਨੂੰ ਲੈ ਕੇ ਸੰਸਦ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਿਰੋਧ ਹੁੰਦਾ ਹੈ। ਬਹਿਸਾਂ ਕਰਵਾਉਣ ਦੇ ਲਈ ਸਰਕਾਰ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇੱਕ ਵਾਰ ਚਰਚਾ ਤਾਂ ਕਰੋ, ਪਰ ਸਰਕਾਰ ਕਹਿੰਦੀ ਕਿ ਦੇਖੋ, ਲੱਖਾਂ ਨੌਜਵਾਨਾਂ ਨੇ ਅਗਨੀਪਥ ਯੋਜਨਾ ਦੇ ਲਈ ਅਪਲਾਈ ਕੀਤਾ। ਇਹ ਤੋਂ ਪਤਾ ਲੱਗਦਾ ਹੈ ਕਿ ਇਹ ਸਾਡਾ ਫੈਸਲਾ ਲੋਕ ਹਿੱਤ ਵਿੱਚ ਹੈ। ਬੜੇ ਉਤਸ਼ਾਹ ਦੇ ਨਾਲ ਨੌਜਵਾਨ ਜਿਹੜੇ ਇਸ ਪਾਸੇ ਵੱਲ ਤੁਰ ਰਹੇ ਨੇ। ਇਹੋ ਜਿਹੇ ਕੁਝ ਸਵਾਲ ਜਿਹੜੇ ਇਹਦੇ ਨਾਲ ਜੁੜਦੇ ਨੇ, ਉਹਦੇ ਉੱਤੇ ਅਸੀਂ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸਮਰਾ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਪਰਮਾਤਮਾ ਸਭ ਨੂੰ ਸੁਖੀ ਰੱਖੇ। ਮੈਂ ਸਵਾਲਾਂ ਦੇ ਜਵਾਬ ਦੇਣਾ ਪਸੰਦ ਕਰੂੰਗਾ। ਪਹਿਲੀ ਗੱਲ, ਕੋਈ ਵੀ ਡਿਫੈਂਸ ਮਿਨਿਸਟਰ ਕਦੇ ਇਹ ਨਹੀਂ ਕਹਿ ਸਕਦਾ ਕਿ ਸਾਡੇ 'ਚ ਕੋਈ ਕਮਜ਼ੋਰੀ ਹੈ, ਬਿਕੋਜ਼ ਕਮਜ਼ੋਰੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਕੁਝ ਸਾਜੋ ਸਮਾਨ ਦੀ ਕਮਜ਼ੋਰੀ ਹੋ ਸਕਦੀ ਹੈ, ਪਰ ਜਿਹੜੀ ਕਿ ਇੰਡੀਅਨ ਆਰਮੀ ਹੈ, ਇਹ 200 ਸਾਲ ਤੋਂ ਵੱਧ ਟੈਸਟ ਕੀਤੀ ਹੋਈ ਆਰਮੀ ਹੈ। ਅੱਜ ਤੱਕ ਕਿਸੇ ਜਗ੍ਹਾ ਤੇ ਇੰਡੀਅਨ ਆਰਮੀ ਨੇ ਸਰੈਂਡਰ ਨਹੀਂ ਕੀਤਾ। 1962 ਚ ਸਾਨੂੰ ਕੁਝ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਕਿਉਂ ਕਰਨਾ ਪਿਆ? ਕਿਉਂਕਿ 47 ਚ ਮੁਲਕ ਆਜ਼ਾਦ ਹੋਇਆ, ਆਪਣੇ ਤੇ ਉਹ ਬੰਦੇ ਰਾਜ ਕਰ ਗਏ ਜਿਹੜੇ ਕਿ ਇੱਥੋਂ ਸਿਰਫ ਰੁਪਈਆ ਅਸਮਾਨ ਇਕੱਠਾ ਕਰਨ ਆਏ ਸੀ। ਉਹ ਆਪਾਂ ਨੂੰ ਬਿਲਕੁਲ ਖਾਲੀ ਕਰਕੇ ਚਲੇ ਗਏ। 47 ਤੋਂ ਲੈ ਕੇ 62 ਤੱਕ ਹਾਲੇ ਮੁਲਕ ਪੂਰਾ ਪੈਰਾਂ ਤੇ ਖੜਾ ਨਹੀਂ ਹੋਇਆ। ਵਿੱਚ ਦੀ ਐਡਾ ਵੱਡਾ ਡਿਵੀਜ਼ਨ ਹੋਈ ਮੁਲਕ ਦੀ, ਜਿਹਦੇ ਕਰਕੇ ਰਿਸੋਰਸਿਸ ਵੰਡੇ ਗਏ। ਕਾਫੀ ਪ੍ਰੋਬਲਮਾਂ ਸੀ। 1955 ਤੱਕ ਤਾਂ ਬਹੁਤ ਹੀ ਜ਼ਿਆਦਾ ਪ੍ਰੋਬਲਮਾਂ ਸੀ। ਹੌਲੀ 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 ਮੁਲਕ ਆਪਣੇ ਪੈਰਾਂ ਤੇ ਖੜਾ ਹੋਇਆ। 62 ਚ ਅਸੀਂ ਤਿਆਰ ਨਹੀਂ ਸੀਗੇ ਲੜਾਈ ਵਾਸਤੇ, ਕਿਉਂਕਿ ਸਾਡੇ ਕੋਲੇ ਸਾਜੋ ਸਮਾਨ ਬਿਲਕੁਲ ਨਹੀਂ ਸੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਜਵਾਨ ਨੇ ਉਸ ਜਗ੍ਹਾ ਤੇ ਆਪਣੀ ਪਿੱਠ ਦਿਖਾਈ। ਉੱਥੇ ਸੂਬੇਦਾਰ ਜੋਗਿੰਦਰ ਸਿੰਘ ਜੋ ਪੰਜਾਬ ਤੋਂ ਸਨ, ਉਹ ਸ਼ਹੀਦ ਹੋਏ। ਉਹਨਾਂ ਨੇ ਕਿੰਨੇ ਚਾਈਨੀਜ਼ ਨੂੰ ਮਾਰਿਆ। ਉੱਥੇ ਮੇਜਰ ਸ਼ੈਤਾਨ ਸਿੰਘ ਕਮਾਊ ਰੈਜੀਮੈਂਟ ਤੋਂ ਉਹ ਸ਼ਹੀਦ ਹੋਏ। ਉੱਥੇ ਹੋਰ ਬਥੇਰੇ ਸ਼ਹੀਦ ਹੋਏ। ਜਸਵੰਤ ਸਿੰਘ ਸ਼ਹੀਦ ਹੋਇਆ। ਮੈਂ ਕਿੰਨਿਆਂ ਦੇ ਨਾਲ ਮਾਂ। ਉੱਥੇ ਬਹੁਤ ਕੁਝ ਹੋਇਆ ਔਰ ਬਹੁਤ ਹੀ ਬਹਾਦਰੀ ਨਾਲ ਲੜੇ। ਪਰ ਠੀਕ ਹੈ ਕਿ ਸਾਡੇ ਕੋਲੇ ਉਹ ਜਿਹੜੇ ਸਟਰੈਂਥ ਨਾਲ ਚਾਈਨਾ ਹਮਲਾ ਕਰਦਾ ਹੈ, ਨੋਰਮਲੀ ਸਟਰੈਂਥ ਇਹ ਹੁੰਦੀ ਹੈ ਜੇ ਕਿਸੇ ਜਗ੍ਹਾ ਤੇ ਇੱਕ ਬੰਦਾ ਤਾਂ ਉਹਦੇ ਤੇ 3 ਬੰਦੇ ਹਮਲਾ ਕਰਦੇ ਨੇ, ਉਹਦੀ ਰੇਸ਼ੋ ਨਾਲ ਕਰਦੇ ਨੇ। ਉਹਨਾਂ ਨੇ 8-10 ਦੀ ਰੇਸ਼ੋ ਨਾਲ ਹਮਲਾ ਕੀਤਾ, ਵੱਡੀ ਫੌਜ ਲੈ ਕੇ ਆਏ। ਉਹਦੇ ਚ ਆਪਾਂ ਨੂੰ ਥੋੜ੍ਹਾ ਜਿਹਾ ਉਸ ਵੇਲੇ ਨਮੋਸ਼ੀ ਹੋਈ। ਪਰ ਉਸ ਤੋਂ ਬਾਅਦ 1965 ਚ ਪਾਕਿਸਤਾਨ ਨਾਲ ਲੜਾਈ ਹੋਈ। ਫਿਰ 1971 ਚ ਪਾਕਿਸਤਾਨ ਦੇ ਟੁਕੜੇ ਕਰਤੇ। ਉਸ ਤੋਂ ਬਾਅਦ ਫਿਰ ਕਾਰਗਿਲ ਯੁੱਧ ਹੋਇਆ 99 ਚ, ਉਹਦੇ ਚ ਪਾਕਿਸਤਾਨੀਆਂ ਨੂੰ ਉੱਥੋਂ ਭਜਾਇਆ। ਉਹ ਬੋਡੀਆਂ ਨੇ ਵੀ ਉਹਨਾਂ ਨੇ ਕਲੇਮ ਕਰਨਾ ਤੋਂ ਰਿਫਿਊਜ਼ ਕਰਤਾ ਸੀ। ਇਸ ਕਰਕੇ ਸਾਡੇ ਫੌਜੀਆਂ ਦਾ ਇੱਕ ਅੰਗ ਹੈ ਜਿੱਥੇ ਕਿ ਫੌਜ ਦੀ ਲਾਸਟ ਮੈਨ ਲਾਸਟ ਬੁਲਟ ਤੱਕ ਲੜਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਔਰ ਇਸ ਨੂੰ ਸਾਡੇ ਜਵਾਨ ਜਿਉਂਦੇ ਨੇ, ਇਸ ਨੂੰ ਪੂਰਾ ਉਹ ਕਰਦੇ ਨੇ। ਇਹ ਸਾਡੇ ਜਵਾਨਾਂ ਦੀ ਇਹ ਪੂਰੀ ਇਹਨਾਂ ਦੀ ਕਾਰਿਆਸ਼ੈਲੀ ਹੈ। ਇਸ ਕਰਕੇ ਜੇ ਉਹਨਾਂ ਨੇ ਕਿਹਾ ਡਿਫੈਂਸ ਮਿਨਿਸਟਰ ਨੇ, ਕਿਉਂਕਿ ਜਿਹੜੀ 2 ਸਾਲ ਪਹਿਲਾਂ ਉਹਨਾਂ ਨੇ ਹਮਲਾ ਕੀਤਾ ਲੇਹ ਦੇ ਇਲਾਕੇ 'ਚ, ਉਹਦੇ 'ਚ ਵੀ ਚਾਈਨਾ ਤੋਂ ਅਸੀਂ ਪਿੱਛੇ ਨਹੀਂ ਹਟੇ। ਸਾਡੇ ਸ਼ਹੀਦ ਹੋਏ, ਪਰ ਉਹਨਾਂ ਦੇ ਵੱਧ ਸ਼ਹੀਦ ਕੀਤੇ, ਕਿਉਂਕਿ ਉਹ ਇੱਕ ਕਮਿਊਨਿਸਟ ਕੰਟਰੀ ਹੈ ਜਿੱਥੇ ਉਹ ਹਰ ਇੱਕ ਚੀਜ਼ ਛੁਪਾਉਣਾ ਪਸੰਦ ਕਰਦੇ ਨੇ, ਦਿਖਾਉਣਾ ਨਹੀਂ ਪਸੰਦ ਕਰਦੇ। ਆਪਾਂ ਇੱਕ ਡੈਮੋਕ੍ਰੇਸੀ ਆ, ਆਪਾਂ ਨੂੰ ਆਪਣੀਆਂ ਡੈਡ ਬੋਡੀਆਂ ਜੋ ਹੁੰਦੀਆਂ ਨੇ ਉਹ ਸਾਰਾ ਕੁਝ ਦੱਸਦੇ ਹਾਂ। ਆਪਾਂ ਉਹ ਦੱਸਦੇ ਨਹੀਂ। ਉਹਨਾਂ ਦਾ ਜ਼ਿਆਦਾ ਸਭ ਤੋਂ ਨੁਕਸਾਨ ਹੋਇਆ। ਇਸ ਕਰਕੇ ਇਹ ਜਿਹੜੀ ਪੋਸਚਰਿੰਗ ਹੈ ਚੱਲਦੀ ਰਹਿੰਦੀ ਹੈ। ਚਾਈਨਾ ਸਿਰਫ ਨੀਡਲ ਕਰਦਾ ਰਹਿੰਦਾ ਹੈ। ਹੁਣ ਉਹ ਜਹਾਜ਼ਾਂ ਨਾਲ ਹੀ ਉੱਥੇ ਆ ਕੇ ਆਪਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦਾ ਹੈ। ਕਾਫੀ ਫੌਜਾਂ ਲਾਈ ਬੈਠਾ ਹੈ। ਪਰ ਜਦੋਂ ਜ਼ਮੀਨੀ ਲੜਾਈ ਹੋਊਗੀ, ਉਹ ਲੜਾਈ ਡਿਸਾਈਸਿਵ ਹੋਊਗੀ, ਕਿਉਂਕਿ ਇੰਡੀਅਨ ਆਰਮੀ ਬੈਟਲ ਟੈਸਟਡ ਹੈ। ਚਾਈਨਾ ਨੇ 62 ਤੋਂ ਬਾਅਦ ਕਿਸੇ ਜਗ੍ਹਾ ਤੇ ਕੋਈ ਜੰਗ ਨਹੀਂ ਦੇਖੀ। ਜਿਹੜੇ ਉਹਨਾਂ ਦੇ ਰਿਕਰੂਟ ਨੇ ਜਾਂ ਉਹ ਸਿਰਫ ਇੱਕ ਪੀਸ ਟਾਈਮ ਸੋਲਜਰ ਨੇ, ਕਿਉਂਕਿ ਉਹਨਾਂ ਦਾ ਕੋਈ ਐਸਾ ਦੁਸ਼ਮਣ ਤਾਂ ਹੈ ਨਹੀਂ ਜਿੱਥੇ ਕੋਈ ਲੜਾਈ ਹੁੰਦੀ ਹੋਵੇ। ਆਪਣੇ ਤਾਂ ਇੱਥੇ ਬਾਰਡਰ ਤੇ ਹਮੇਸ਼ਾ ਗੋਲੀਆਂ ਚੱਲਦੀਆਂ ਰਹਿੰਦੀਆਂ ਨੇ, ਪਾਕਿਸਤਾਨ ਬਾਰਡਰ ਤੇ। ਉਹਦੀ ਜਗ੍ਹਾ ਬਰਫ਼ ਦਾ ਇਲਾਕਾ ਵੀ ਹੈ। ਫਿਰ ਆਪਣੇ ਤਾਂ ਸੈਚਨ ਗਲੇਸ਼ੀਅਰ ਤੇ ਫੌਜ ਬੈਠੀ ਹੈ, ਜੋ ਕਿ ਦੁਨੀਆ ਦਾ ਸਭ ਤੋਂ ਉੱਚਾ ਬੈਟਲ ਫੀਲਡ ਹੈ। ਇਸ ਕਰਕੇ
ਇੰਡੀਅਨ ਆਰਮੀ ਇਸ ਤਰ੍ਹਾਂ ਮਾਰ ਨਹੀਂ ਖਾਊਗੀ ਚਾਈਨਾ ਤੋਂ, ਜੇ ਚਾਈਨਾ ਇਹ ਚੀਜ਼ ਨੂੰ ਸੋਚੇ। ਜੀ ਸਮਰਾ ਸਾਹਿਬ, ਪਰ ਜਦੋਂ ਆਪਾਂ ਲੇਹ ਲਦਾਖ ਦੀ ਗੱਲ ਕਰਦੇ ਹਾਂ, ਉੱਥੋਂ ਦੀ ਪੋਜੀਸ਼ਨ ਜਿਹੜੀ ਹੈ ਜਾਂ ਇਧਰਲੇ ਪਾਸੇ ਉਹਨਾਂ ਵੱਲੋਂ ਆਪਣੇ ਏਰੀਏ ਦੇ ਵਿੱਚ ਜਿੱਥੇ ਚੀਨ ਦਾ ਏਰੀਆ ਉੱਥੇ ਆਪਣੇ ਵੱਲੋਂ ਘੇਰਾਬੰਦੀ ਕਰਨਾ ਜਾਂ ਉਸਾਰੀਆਂ ਕਰਨਾ, ਅਰੁਣਾਚਲ ਤੋਂ ਵੀ ਖਬਰਾਂ ਸਾਹਮਣੇ ਆਉਂਦੀਆਂ ਸੀ ਕਿ ਉਸ ਪਾਸੇ ਵੱਲ ਨੂੰ ਵੀ ਉਹਨਾਂ ਨੇ ਕਾਫੀ 1000 ਏਕੜ ਜਾਂ ਮਤਲਬ ਕਿ ਏਰੀਆ ਜਿਹੜਾ ਕਾਫੀ ਉਹ ਘੇਰ ਚੁੱਕੇ ਨੇ। ਇਹਦੇ ਨਾਲ ਬਹੁਤ ਸਵਾਲ ਖੜੇ ਹੁੰਦੇ ਨੇ ਕਿ ਵਾਰ-ਵਾਰ ਜੇ ਚੀਨ ਇਸ ਤਰ੍ਹਾਂ ਅੱਖਾਂ ਦਿਖਾਉਂਦਾ ਤਾਂ ਕੋਈ ਤਾਂ ਕਾਰਨ ਹੋਏਗਾ ਕਿ ਉਹ ਭਾਰਤ ਨੂੰ ਜੇ ਉਕਸਾ ਰਿਹਾ ਤਾਂ ਉਹਦਾ ਕਾਰਨ ਇਹ ਹੈ ਕਿ ਜਿਹੜੀ ਚਾਈਨਾ ਦੀ ਪੋਲੀਟੀਕਲ ਸਿਸਟਮ ਹੈ ਉਹ ਕੋਈ ਕਿਸੇ ਨੂੰ ਜਵਾਬ ਦੇ ਸਿਸਟਮ ਨਹੀਂ ਹੈ। ਅੱਜ ਮੂਡ ਬਣ ਗਿਆ, ਚਲੋ ਇਧਰ ਨੂੰ ਇਹਨੂੰ ਛੇੜ ਦਿੰਦੇ ਆ, ਕਦੇ ਆਪਾਂ ਨੂੰ ਛੇੜਦੇ ਨੇ, ਕਦੇ ਤਾਇਵਾਨ ਨੂੰ ਛੇੜਦੇ ਨੇ, ਕਦੇ ਅਮਰੀਕਾ ਨੂੰ ਕੁਝ ਕਹਿ ਦਿੰਦੇ ਨੇ। ਉਹ ਉਹਨਾਂ ਦਾ ਇੱਕ ਸਿਸਟਮ ਹੈ, ਬੇਸਿਕਲੀ ਇਹਨੂੰ ਕਹਿੰਦੇ ਨੇ ਪੋਸਚਰਿੰਗ, ਕਿ ਤੁਸੀਂ ਆਪਣੇ ਆਪ ਨੇ ਮਸਲ ਫੈਲਾ ਕੇ ਦਿਖਾਉਣਾ ਕਿ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਪਰ ਚਾਈਨਾ ਬੇਸਿਕਲੀ ਇੱਕ ਕਿਸਮ ਦਾ ਬਾਣੀਆ ਮੁਲਕ ਹੈ, ਜਿਹੜੀ ਦੁਨੀਆ 'ਚ ਸਮਾਨ ਵੇਚ ਕੇ ਉਹਨੇ ਤਰੱਕੀ ਕੀਤੀ ਹੈ। ਜੇ ਕੱਲ ਨੂੰ ਉਹ ਆਪਣੇ ਤੇ ਹਮਲਾ ਕਰਦਾ, ਸਪੋਜ਼ ਕਿਸੇ ਤਰ੍ਹਾਂ ਉਹ ਆਪਣੇ ਤੇ ਹਮਲਾ ਕਰਦਾ, ਆਪਾਂ ਸਾਰਾ ਮੁਲਕ ਨੇ ਡਿਸਾਈਡ ਕਰ ਲਿਆ ਕਿ ਚਾਈਨਾ ਤੋਂ ਆਪਾਂ ਪੈਨਸਲ ਵੀ ਨਹੀਂ ਲੈਣੀ, ਕੁਝ ਨਹੀਂ ਲੈਣਾ, ਚਾਈਨਾ ਦੀ ਅੱਧੀ ਇਕਨੋਮੀ ਤਬਾਹ ਹੋ ਜੂ, ਕਿਉਂਕਿ ਆਪਾਂ 125-30 ਕਰੋੜ ਕੰਜ਼ਿਊਮਰ ਹਾਂ। ਬਹੁਤ ਵੱਡਾ ਟ੍ਰੇਡ ਆਪਣਾ ਉਹਨਾਂ ਦੇ ਨਾਲ ਹੈ। ਇਹ ਮੈਂ ਇਹ ਸਮਝਦਾ ਇਹ ਬੇਸਿਕਲੀ ਪੋਸਚਰਿੰਗ ਹੈ, ਸਿਰਫ ਆਪਣੇ ਮਸਲ ਫਲੈਕਸਿੰਗ ਹੈ, ਇਹੀ ਦਿਖਾਉਂਦੇ ਨੇ। ਉਹ ਥੋੜੀ ਦੇਰ ਬਾਅਦ ਕਰਦੇ ਨੇ ਅਤੇ ਛੱਡ ਦਿੰਦੇ ਨੇ। ਇੱਥੇ ਪੋਲੀਟੀਕਲ ਹਫੜਾ ਤਫੜੀ ਸ਼ੁਰੂ ਹੋ ਜਾਂਦੀ ਹੈ ਵੀ ਇਹਨੇ ਕਿਉਂ ਕਹਿਤਾ, ਇਹਦਾ ਕੀ ਕਰਾਂਗੇ, ਇਹ ਕੁਝ ਚੱਲਦਾ ਰਹਿੰਦਾ ਹੈ। ਕਿੰਨੇ ਹਮਲੇ ਕੀਤੇ ਨੇ ਚਾਈਨਾ ਨੇ ਆਪਣੇ ਤੇ, ਕੋਈ ਹਮਲਾ ਏਡਾ ਨਹੀਂ ਹੋਇਆ। ਉਹ ਜਦੋਂ ਉੱਥੇ ਆਏ ਉਸ ਵੇਲੇ ਉਹ ਫਿਰ ਮਗਰੋਂ ਤੋਂ ਵਾਪਸ ਨਹੀਂ ਆਏ। ਉਹਨਾਂ ਨੇ ਜਿਹੜਾ ਏਰੀਆ ਕੈਪਚਰ ਕੀਤਾ ਹੋਇਆ ਉਹਦੇ ਬਾਰੇ ਵੀ ਆਪਾਂ ਅੰਡਰਸਟੈਂਡ ਕਰੀਏ। ਉਹ ਕੋਈ ਇੱਕ ਪਹਾੜੀ ਇਲਾਕੇ ਨੇ ਜਿੱਥੇ ਕੋਈ ਵਸੋਂ ਹੈ ਨਹੀਂ, ਦੂਰ ਤੱਕ ਆਪਾਂ ਸਿਰਫ ਉਹਨਾਂ ਨੂੰ ਪੈਟਰੋਲਿੰਗ ਰਾਹੀਂ ਹੀ ਕਵਰ ਕਰਦੇ ਸੀ। ਹੁਣ ਸਾਰਾ ਇਲਾਕੇ ਨੂੰ ਪੈਟਰੋਲਿੰਗ ਰਾਹੀਂ ਕਵਰ ਕਰਦੇ ਸੀ, ਉੱਥੇ ਆ ਕੇ ਬੈਠ ਗਏ। ਪਰ ਉਹਦਾ ਜੇ ਕੋਈ ਸਟ੍ਰੈਟੇਜਿਕ ਉਹਨਾਂ ਨੂੰ ਫਾਇਦਾ ਹੈ ਤਾਂ ਉਹਦੇ ਨਾਲ ਉਹਨਾਂ ਨੂੰ ਫਾਈਨੈਂਸ਼ੀਅਲ ਲਾਸ ਵੀ ਬਹੁਤ ਹੈ, ਕਿਉਂਕਿ ਇੰਨੀ ਵੱਡੀ ਸੈਨਾ ਨੂੰ ਉੱਥੇ ਲਿਆ ਕੇ ਟਿਕਾ ਕੇ ਰੱਖਣਾ, ਉਹਨਾਂ ਤੇ ਖਰਚੇ ਕਰਨੇ, ਇਹ ਵੀ ਕੋਈ ਛੋਟੀ ਗੱਲ ਨਹੀਂ ਹੈ। ਹੋ ਸਕਦਾ ਉਹ ਇੱਕ ਕਿਸਮ ਦੇ ਦਬਾਅ ਬਣਾਉਣ ਦੇ ਤਰੀਕੇ, ਕਿਉਂਕਿ ਜਿਹੜੀ ਵਰਲਡ ਅੱਜ ਕੱਲ੍ਹ ਪੋਲੀਟਿਕਸ ਹੈ, ਹੁਣ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ ਨਾ, ਉੱਥੇ ਆਪਾਂ ਜੋ ਦੇਖ ਰਹੇ ਹਾਂ ਉਹ ਮਿਜ਼ਾਈਲਾਂ ਨਾਲ ਉਹਨਾਂ ਦੇ ਪੂਰੇ ਪਿੰਡਾਂ ਨੂੰ, ਉਹਨਾਂ ਦੇ ਹਸਪਤਾਲਾਂ ਨੂੰ, ਉਹਨਾਂ ਦੇ ਸਕੂਲਾਂ ਨੂੰ, ਉਹਨਾਂ ਦੇ ਬਿਲਡਿੰਗਾਂ ਨੂੰ ਡਿਸਟਰੋਏ ਕਰੀ ਜਾਂਦੇ ਨੇ। ਪਰ ਲੇਹ ਦੇ ਉਦੋਂ ਅਗਲੇ ਇਲਾਕੇ 'ਚ ਕੋਈ ਇਹ ਜਿਹੀ ਬਿਲਡਿੰਗ ਹੈ ਹੀ ਨਹੀਂ। ਜੇ ਕੱਲ੍ਹ ਨੂੰ ਇੱਥੇ ਆ ਕੇ ਬਹੁਤ ਵੱਡਾ ਸਾਜੋ ਸਮਾਨ ਆਪਣੀਆਂ ਉਹ ਮਿਸਾਈਲਾਂ ਛੱਡਣਗੇ ਵੀ ਤਾਂ ਪਹਾੜਾਂ 'ਚ ਵੱਜ ਕੇ ਉਹ ਉੱਥੇ ਰਹਿ ਜਾਣਗੀਆਂ। ਉਹਦਾ ਫਾਈਨੈਂਸ਼ੀਅਲ ਕੋਈ ਸਟ੍ਰੈਟੇਜਿਕ ਜ਼ਿਆਦਾ ਫਾਇਦਾ ਨਹੀਂ ਹੋਣਾ, ਲਾਸ ਉਦੋਂ ਜ਼ਿਆਦਾ ਹੋ ਜਾਊਗਾ। ਇਸ ਕਰਕੇ ਇਹ ਚੱਲਦਾ ਰਹਿੰਦਾ ਹੈ। ਜੀ ਸਮਰਾ ਸਾਹਿਬ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਚਾਈਨਾ ਨੂੰ ਲੋਸ ਹੋ ਸਕਦਾ, ਆਪਣੀ 125 ਕਰੋੜ ਦੀ ਜਿਹੜੀ ਲੋਕ ਜਨਤਾ ਆ ਉਹ ਉੱਥੋਂ ਦਾ ਸਮਾਨ ਵਰਤਦੀ ਆ, ਉਹਨਾਂ ਦੀ ਅਰਥ ਵਿਵਸਥਾ ਡਿੱਗ ਜਾਏਗੀ, ਇਹ ਸਾਰਾ ਕੁਝ ਤਾਂ ਉਹਨਾਂ ਦੇ ਧਿਆਨ ਵਿੱਚ ਵੀ ਹੋਣਾ। ਬਾਵਜੂਦ ਇਸ ਦੇ ਵੀ ਉਹ ਜਦੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਤੇ ਉਧਰੋਂ ਭਾਰਤ ਵੱਲੋਂ ਲਗਾਤਾਰ ਕਈ ਦੌਰ ਦੀ ਗੱਲਬਾਤ ਕੀਤੀ ਜਾਂਦੀ ਹੈ। ਜੇ ਚਾਈਨਾ ਭਾਰਤ ਨੂੰ ਕਮਜ਼ੋਰ ਲੱਗਦਾ ਤਾਂ ਫਿਰ ਕਿਸੇ ਹੋਰ ਢੰਗ ਦੇ ਨਾਲ ਨਿਬੜਿਆ ਜਾਏ, ਬਜਾਏ ਇਸ ਦੇ ਕਿ ਗੱਲਬਾਤ ਦੇ ਜ਼ਰੀਏ ਜੇ ਉਹ ਨਹੀਂ ਗੱਲ ਸੁਣਦੇ ਤੇ ਫਿਰ ਕੋਈ ਤਾਂ ਇਹਦੇ ਵਿੱਚ ਅੱਗੇ ਕਦਮ ਚੁੱਕਣਾ ਪੈਣਾ ਸਰਕਾਰ ਨੂੰ। ਉਹਦੇ 'ਚ ਇੱਕ ਹੋਰ ਇਸ਼ੂ ਵੀ ਬਹੁਤ ਵੱਡਾ ਹੈ। ਆਪਣੀਆਂ ਸਰਕਾਰਾਂ ਦੀ ਕੁਝ ਚੀਜ਼ਾਂ ਤੇ ਆਪਾਂ ਨੂੰ ਗੌਰ ਕਰਨ ਦੀ ਜ਼ਰੂਰਤ ਹੈ। ਆਪਣੀ ਇਕਨੋਮਿਕ ਹਾਲਤ ਸ਼ਾਇਦ ਉਨੀ ਵਧੀਆ ਨਹੀਂ ਜਿੰਨੇ ਵਧੀਆ ਦੀ ਆਪਾਂ ਨੂੰ ਜ਼ਰੂਰਤ ਹੈ ਚਾਈਨਾ ਵਰਗੇ ਵੱਡੇ ਰਿਛ ਨੂੰ ਕਾਬੂ ਕਰਨ ਵਾਸਤੇ। ਕਿਉਂਕਿ ਸਾਜੋ ਸਮਾਨ, ਜਹਾਜ਼, ਮਿਜ਼ਾਈਲਾਂ, ਹੋਰ ਤਰ੍ਹਾਂ ਦਾ ਜਿੰਨਾ ਸਮਾਨ ਹੈ ਉਹ ਆਪਾਂ ਤੋਂ ਕਿਤੇ ਵੱਧ ਇਕੱਠਾ ਕਰੀ ਬੈਠੇ। ਉਹ ਇਸ ਵੇਲੇ ਕਈ ਮਾਮਲਿਆਂ 'ਚ ਈਵਨ ਅਮਰੀਕਾ ਨੂੰ ਵੀ ਚੈਲੰਜ ਕਰ ਸਕਦੇ ਨੇ, ਉਹਨਾਂ 'ਚ ਇਹ ਕਾਬਲੀਅਤ ਹੈ। ਪਰ ਕੀ ਉਹਨਾਂ ਦਾ ਸਾਡੇ ਤੇ ਹਮਲਾ ਕਰਨ ਦਾ ਕੋਈ ਵਿਚਾਰ ਹੈ ਜਾਂ ਸਿਰਫ ਧਮਕਾਉਣ ਦਾ ਹੀ ਵਿਚਾਰ ਹੈ? ਹੋ ਸਕਦਾ ਹੈ ਵਰਲਡ ਸਟੇਜ ਤੇ ਜਦੋਂ ਅਸੀਂ ਕੁਝ ਕਰਦੇ ਹਾਂ ਉਹਨੂੰ ਸਾਨੂੰ ਕਾਊਂਟਰ ਕਰਨ ਵਾਸਤੇ ਉਹ ਸਾਨੂੰ ਇਸ ਤਰ੍ਹਾਂ ਧਮਕਾਉਂਦੇ ਨੇ ਤਾਂ ਕਿ ਅਸੀਂ ਚੁੱਪ ਹੋ ਜਾਈਏ। ਇਸ ਕਰਕੇ ਜਿਹੜੀ ਕੋਈ ਜਿਓਪੋਲੀਟੀਕਲ ਜਿਹੜਾ ਸਿਸਟਮ ਹੈ ਪੂਰੇ ਵਰਲਡ ਦਾ, ਉਸ ਜਗ੍ਹਾ ਦਾ ਕੋਈ ਅਸਰ ਇੱਥੇ ਆ ਕੇ ਉਹਦਾ ਗੁੱਸਾ ਕੱਢਦੇ ਨੇ ਵੀ ਚਲੋ ਉੱਥੇ ਜਹਾਜ਼ ਭੇਜ ਦਿਓ, ਗੱਲਾਂ ਫੈਲ ਜਾਣਗੀਆਂ, ਡਰ ਜਾ ਬਣ ਜਾਊਗਾ। ਪਰ ਆਈ ਡੋਂਟ ਥਿੰਕ ਕੋਈ ਇਸ ਤਰ੍ਹਾਂ ਦੀ ਵੱਡੀ ਲੜਾਈ ਇਮੀਡੀਏਟਲੀ ਕੋਈ ਹੋਣ ਦਾ ਐਸਾ ਕੋਈ ਅੰਦੇਸ਼ਾ ਨਹੀਂ ਹੈ। ਔਰ ਕਿਉਂ, ਉਹਦਾ ਕਾਰਨ ਇੱਕ ਹੋਰ ਵੀ ਹੈ। ਹੁਣ ਸਰਦੀਆਂ ਆ ਰਹੀਆਂ ਨੇ, ਬਰਫ਼ ਪੈ ਜਾਣੀ ਹੈ, ਉੱਥੇ ਰਹਿ ਗਏ ਸਿਰਫ 1.5 ਮਹੀਨਾ ਤਾਂ 2 ਮਹੀਨੇ ਰਹਿ ਗਏ ਵਿਚਾਲੇ, ਉੱਥੇ ਬਹੁਤ ਵੱਡੀ ਪੈਮਾਨੇ ਤੇ ਬਰਫ਼ ਪੈ ਜਾਣੀ ਹੈ। ਉਹ ਜਿਹੇ ਬਰਫ਼ ਦੇ ਟਾਈਮ ਤੇ ਉਹ ਕਿੰਨਾ ਕੀ ਕਰਨਗੇ ਜਾਂ ਉਹ ਕੀ ਕਰਨਗੇ ਇਹ ਨਹੀਂ ਕੁਛ ਪਤਾ। ਪਰ ਹਾਲੇ ਆਪਣੀ ਫੌਜ
ਬਹੁਤ ਹੀ ਮੁਸਤੈਦੀ ਨਾਲ ਉੱਥੇ ਪੂਰੀ ਐਕਟਿਵ ਹੈ। ਕਾਫੀ ਫੌਜ ਆਪਾਂ ਡਿਪਲੋਏ ਕੀਤੀ ਹੋਈ ਹੈ, ਕਿਉਂਕਿ ਮੈਂ ਆਰਮੀ ਦੇ ਆਪਦੇ ਰਿਸੋਰਸ ਤੋਂ ਜਾਣਦਾ ਕਿ ਉਸ ਜਗ੍ਹਾ ਤੇ ਆਪਾਂ ਕੋਈ ਉਹਨਾਂ ਵਾਸਤੇ ਖਾਲੀ ਫੀਲਡ ਨਹੀਂ ਛੱਡਿਆ ਕਿ ਆ ਜਾਓ ਭੱਜਿਓ ਜਿੱਧਰ ਮਰਜ਼ੀ ਕਬਜ਼ਾ ਕਰ ਲਓ। ਉਹਦੇ ਵਾਸਤੇ ਆਪਾਂ ਪੂਰੇ ਯਤਨਸ਼ੀਲ ਹਾਂ। ਇਹ ਆਪਣਾ ਇਸ ਵੇਲੇ ਦੀ ਤਿਆਰੀ ਹੈ। ਇਹਦੇ ਨਾਲ ਜੁੜਿਆ ਇੱਕ ਆਖਰੀ ਸਵਾਲ ਹੈ, ਜਦੋਂ ਭਾਰਤ ਤੇ ਚੀਨ ਦੀ ਆਪਾਂ ਗੱਲ ਕਰਦੇ ਆ, ਇਧਰੋਂ ਗੁਆਂਢੀ ਮੁਲਕ ਪਾਕਿਸਤਾਨ ਨਾਲ ਵੀ ਭਾਰਤ ਦੇ ਰਿਸ਼ਤੇ ਜਿਹੜੇ ਉਹ ਸੁਖਾਵੇਂ ਨਹੀਂ ਹੈਗੇ, ਤੇ ਚੀਨ ਦੇ ਨਾਲ ਉਹਨਾਂ ਦੀ ਕਹਿੰਦੇ ਕਾਫੀ ਬਣਦੀ ਆ। ਤੇ ਕੀ ਪਤਾ ਲੱਗਦਾ ਹੈ ਕਿ ਰਲ ਕੇ ਦੋਵੇਂ ਮੁਲਕ, ਕਿਉਂਕਿ ਨਿਊਕਲੀਅਰ ਪਾਵਰ ਵੀ ਬਣੇ ਹੋਏ ਨੇ ਆਪਣੇ ਆਪ ਦੇ ਵਿੱਚ, ਕੋਈ ਇਹੋ ਜਿਹੀ ਜੰਗ ਛੇੜ ਦੇਣ ਕਿ ਜਿਹਦੇ ਨਾਲ ਭਾਰਤ ਨੂੰ ਨੁਕਸਾਨ ਹੋਵੇ। ਨਿਊਕਲੀਅਰ ਬੰਬ ਵਾਲੀ ਜਿਹੜੀ ਗੱਲ ਹੈ, ਉਹਦੇ ਚ ਇੱਕ ਸਥਿਤੀ ਜਿਹਨੂੰ ਕਹਿੰਦੇ ਹੁੰਦੇ ਨੇ, ਜੇ ਤੁਸੀਂ ਨਿਊਕਲੀਅਰ ਬੰਬ ਛੱਡਦੇ ਹੋ ਉਹਨੂੰ ਕਹਿੰਦੇ ਨੇ ਮੈਡ। ਮੈਡ ਦਾ ਮਤਲਬ ਹੈ ਮਿਊਚੁਅਲੀ ਐਗਰੀਡ ਡਿਸਟਰਕਸ਼ਨ, ਯਾਨੀ ਕਿ ਜੇ ਤੂੰ ਮਰੇਗਾ ਤਾਂ, ਜੇ ਮੈਨੂੰ ਮਾਰੇਗਾ ਤਾਂ ਤੂੰ ਵੀ ਮਰੇਗਾ। ਤਾਂ ਇਹ ਨਹੀਂ ਹੈ ਕਿ ਜੇ ਕੱਲ ਨੂੰ ਉਹ ਨਿਊਕਲੀਅਰ ਬੰਬ ਛੱਡਣਗੇ ਤਾਂ ਆਪਾਂ ਬੈਠੇ ਰਹਾਂਗੇ, ਆਪਾਂ ਵੀ ਨਿਊਕਲੀਅਰ ਪਾਵਰ ਹਾਂ। ਅੱਜ ਤੱਕ ਹਿਰੋਸ਼ਿਮਾ ਤੋਂ ਬਾਅਦ ਕਿਸੇ ਜਗ੍ਹਾ ਤੇ, ਹਾਲਾਂਕਿ ਕੋਲਡ ਵਾਰ ਵੀ ਚੱਲ ਰਹੀ, ਉਹਦੀਆਂ ਜਿਹੜੀਆਂ ਕਿਊਬਾ ਦੀਆਂ ਮਿਜ਼ਾਈਲ ਦਾ ਅਮਰੀਕਾ ਦੇ ਨਾਲ ਉਸ ਵੇਲੇ ਐਡਾ ਵੱਡਾ ਰਸ਼ੀਆ ਦਾ ਪੰਗਾ ਪਿਆ, ਅੱਜ ਤੱਕ ਕਿਸੇ ਵੀ ਜਗ੍ਹਾ ਤੇ ਨਿਊਕਲੀਅਰ ਹਥਿਆਰ ਇਸਤੇਮਾਲ ਨਹੀਂ ਹੋਏ। ਕਿਉਂਕਿ ਜੇ ਹੋਣਗੇ ਤਾਂ ਵੱਡੇ ਪੈਮਾਨੇ ਤੇ ਨਹੀਂ, ਬਹੁਤ ਹੀ ਜ਼ਿਆਦਾ ਵੱਡੇ ਪੈਮਾਨੇ ਤੇ ਬਰਬਾਦੀ ਤਿੰਨਾਂ ਮੁਲਕਾਂ ਦੀ ਹੋਊ। ਹੁਣ ਪਾਕਿਸਤਾਨ ਨਾਲ ਉਹਨਾਂ ਦਾ ਇਕਨੋਮਿਕ ਜਿਹੜਾ ਬੰਦੋਬਸਤ ਹੈ, ਉਹਦੇ ਕਰਕੇ ਉਹਨਾਂ ਨੇ ਪਾਕਿਸਤਾਨ ਨੂੰ ਇੱਕ ਆਪਦੀ ਕਲੋਨੀ ਬਣਾ ਰੱਖਿਆ। ਜਿਵੇਂ ਹੁਣ ਤੁਸੀਂ ਦੇਖਿਆ ਸ਼੍ਰੀਲੰਕਾ ਦੀ ਇਕਨੋਮੀ ਕਿਉਂ ਫੇਲ ਹੋਈ? ਉਹਨਾਂ ਨੇ ਦੇ ਕੇ ਲੋਨ ਇਹਨਾਂ ਨੂੰ ਵੱਡੀਆਂ ਵੱਡੀਆਂ ਪੋਰਟਾਂ ਬਣਾਤੀਆਂ, 에ਅਰਪੋਰਟ ਬਣਾਤੇ, ਉਹਨੇ ਜ਼ਰੂਰਤ ਨਹੀਂ, ਉਹ ਲੋਨ ਦੇ ਥੱਲੇ ਪੂਰਾ ਮੁਲਕ ਦਬ ਗਿਆ। ਇਸ ਵੇਲੇ ਪਾਕਿਸਤਾਨ ਵੀ ਦਬਿਆ। ਪਾਕਿਸਤਾਨ ਦੀ ਇਕਨੋਮੀ ਈਵਨ ਜਿਹੜਾ ਟੁੱਟਿਆ ਸੀ ਪਾਕਿਸਤਾਨ ਨਾਲੋਂ, ਜਿਹਨੂੰ ਕਹਿੰਦੇ ਸੀ ਇਹ ਥਰਡ ਕਲਾਸ ਬੰਗਾਲੀ ਨੇ ਪਾਕਿਸਤਾਨੀ ਕਹਿੰਦੇ ਸੀ, ਉਹ ਬੰਗਾਲ ਜਿਹਨੂੰ ਬੋਲਦੇ ਆਪਾਂ ਬੰਗਲਾਦੇਸ਼, ਉਹ ਬੰਗਲਾਦੇਸ਼ ਪਾਕਿਸਤਾਨ ਤੋਂ ਕਿਤੇ ਜ਼ਿਆਦਾ ਵਧੀਆ ਇਕਨੋਮਿਕਲੀ ਸਟਰੋਂਗ ਹੈ। ਇਸ ਕਰਕੇ ਜੇ ਕੱਲ ਨੂੰ ਪਾਕਿਸਤਾਨ ਕਿਸੇ ਵੀ ਤਰ੍ਹਾਂ ਜੇ ਹਮਲਾ ਕਰੂਗਾ ਤਾਂ ਪਾਕਿਸਤਾਨ ਦਾ ਤਾਂ ਬਿਲਕੁਲ ਹੀ ਬੇੜਾ ਬੈਠ ਜਾਊਗਾ। ਔਰ ਇਹ ਗੱਲਾਂ ਹੀ ਹੋ ਸਕਦੀਆਂ ਨੇ, ਇਸ ਤਰ੍ਹਾਂ ਲੜਾਈਆਂ ਨਹੀਂ ਹੋ ਸਕਦੀਆਂ ਜੀ। ਆਸਾਨੀ ਹੈ। ਜਿੱਥੋਂ ਤੱਕ ਅਗਨੀਪਥ ਦਾ ਹੁਣ ਸਵਾਲ ਹੈ, ਕਈ ਲੋਕ ਜਿਹੜੇ ਨੇ ਉਹ ਅਗਨੀਪਥ ਦੇ ਉੱਤੇ ਜਦੋਂ ਯੂਕਰੇਨ ਦੀ ਜੰਗ ਨੂੰ ਦੇਖਦੇ ਨੇ ਕਿ ਉੱਥੇ ਹਰ ਪਰਿਵਾਰ ਦੇ ਵਿੱਚ ਲੋਕ ਜੰਗ ਦੇ ਮੈਦਾਨ ਵਿੱਚ ਡਟਣ ਲਈ ਤਿਆਰ ਬੈਠੇ ਨੇ, ਭਾਵੇਂ ਕੁਝ ਛੱਡ ਕੇ ਬਾਹਰਲੇ ਮੁਲਕਾਂ 'ਚ ਇੱਧਰ ਉੱਧਰ ਚਲੇ ਗਏ, ਪਰ ਜਿਹੜੇ ਉੱਥੋਂ ਦੇ ਸਥਾਨਕ ਲੋਕ ਨੇ ਉਹ ਵੀ ਫੌਜ ਦੇ ਨਾਲ ਜਿਹੜੀ ਅਗਵਾਈ ਕਰ ਰਹੇ ਨੇ। ਤਾਂ ਭਾਰਤ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਹੈ ਕਿ ਦੇਖੋ ਜੀ, ਅਗਨੀਪਥ ਦੇ ਨਾਲ ਸਾਡੇ ਨੌਜਵਾਨ ਜਿਹੜੇ ਨੇ ਉਹ ਟ੍ਰੇਨਿੰਗ ਹੋ ਜਾਣਗੇ। ਕੱਲ ਨੂੰ ਜਦੋਂ ਰੱਬ ਨਾ ਕਰੇ ਜੇ ਇਹੋ ਜਿਹੇ ਹਾਲਾਤ ਕੋਈ ਜੰਗ ਵਰਗੇ ਬਣਦੇ ਨੇ ਤਾਂ ਘੱਟੋ ਘੱਟ ਹਥਿਆਰ ਚਲਾਉਣ ਜੋਗੇ ਤਾਂ ਹੋ ਜਾਣਗੇ। ਸਰਕਾਰ ਇਹਦੇ ਉੱਤੇ ਕੋਈ ਵੀ ਬਹਿਸ ਸੁਣਨ ਨੂੰ, ਕੋਈ ਵੀ ਬਹਿਸ ਕਰਾਉਣ ਨੂੰ ਤਿਆਰ ਨਹੀਂ ਹੈਗੀ। ਸਰਕਾਰ ਆਪਣੇ ਤਰਕ ਦੇ ਰਹੀ ਹੈ। ਸਰਕਾਰ ਦਾ ਤਾਂ ਬੜਾ ਸਿੱਧਾ ਜਿਹਾ ਅਸੂਲ ਹੈ, ਇਟ ਇਜ਼ ਮਾਈ ਵੇ ਔਰ ਹਾਈਵੇ, ਮੇਰਾ ਰਸਤਾ ਸਹੀ ਹੈ, ਤੁਸੀਂ ਸਭ ਚੁੱਪ ਕਰ ਜਾਓ। ਗੱਲ ਇਹ ਹੈ, ਅਗਨੀਪਥ ਦਾ ਆਬਜੈਕਟਿਵ ਇਹ ਜਿਹੜਾ ਹੈ ਕਿ 4 ਸਾਲਾਂ ਵਾਲੇ ਫੌਜੀ ਨੂੰ, ਕੀ 4 ਸਾਲਾਂ 'ਚ ਤੁਸੀਂ ਇੱਕ ਪਰਫੈਕਟ ਸੋਲਜਰ ਤਿਆਰ ਕਰ ਲਓਗੇ? ਜਿਹੜਾ ਕਿ ਕਿਉਂਕਿ ਇਹੋ ਜਿਹਾ ਅੱਜ ਕੱਲ ਇਕੁਇਪਮੈਂਟ ਹੈ ਨੇਵੀ 'ਚ, 에ਅਰਫੋਰਸ 'ਚ, ਈਵਨ ਆਰਮੀ 'ਚ, ਸਾਰੇ ਪਾਸੇ, ਕਿ ਜਿਹਨੂੰ ਚਲਾਉਂਦੇ ਸਿਖਾਉਂਦੇ ਸਾਨੂੰ ਸਾਲ ਲੱਗ ਜਾਂਦੇ ਨੇ ਆਪਣੇ ਜਵਾਨਾਂ ਨੂੰ ਸਮਝਾਉਣ ਦੇ। ਉਹ ਜਦ ਨੂੰ ਉਹ ਬਾਹਰ ਆ ਜਾਣਗੇ, ਬਾਹਰ ਆ ਕੇ ਉਹ ਤਾਂ ਆਪਾਂ ਤਾਂ ਉਹਦੀ ਕਰੀਏ ਜੇ ਆਪਣੇ ਕੋਲੇ ਪਹਿਲਾਂ ਫੌਜ ਦੇ ਰਿਜ਼ਰਵ ਨਾ ਹੋਣ। ਹੁਣ ਜਿੰਨੇ ਫੌਜੀ ਰਿਟਾਇਰ ਹੁੰਦੇ ਨੇ, ਸ਼ਾਇਦ ਇਹ ਪਬਲਿਕ ਨੂੰ ਪਤਾ ਨਹੀਂ, ਉਹ ਸਾਤੋਂ ਰਿਜ਼ਰਵ ਦਾ ਨਾਲ ਸਿਗਨੇਚਰ ਕਰਾਉਂਦੇ ਨੇ ਕਿ ਜੇ ਕੱਲ ਨੂੰ ਲੜਾਈ ਲੱਗੀ 5 ਸਾਲਾਂ ਦੇ ਅੰਦਰ, ਜਾਂ 7 ਸਾਲ, ਹੁਣ ਮੈਨੂੰ ਇਸ ਵੇਲੇ ਸ਼ਾਇਦ 5 ਸਾਲ ਹੈ, ਸ਼ਾਇਦ 5 ਸਾਲ ਦੇ ਅੰਦਰ ਜੇ ਲੜਾਈ ਲੱਗੀ ਤੂੰ ਦੁਬਾਰਾ ਵਾਪਸ ਆ ਕੇ ਲੜਾਈ ਲੜੇਗਾ। ਜੇ ਹਰ ਸਾਲ 50,000 ਫੌਜੀ ਰਿਟਾਇਰ ਹੁੰਦਾ ਹੈ ਤਾਂ ਉਹ ਤੋਂ ਸਾਈਨ ਕਰਾਇਆ ਜਾਂਦਾ ਹੈ ਕਿ ਜੇ ਜ਼ਰੂਰਤ ਪਈ ਤੈਨੂੰ ਦੁਬਾਰੇ ਅਸੀਂ ਰੀਕਾਲ ਕਰਾਂਗੇ, ਉਹਨੂੰ ਕਹਿੰਦੇ ਨੇ ਰਿਜ਼ਰਵ ਤੋਂ ਸਾਈਨ ਕਰਾਉਣਾ। ਉਹ ਹਾਲੇ ਵੀ ਹੈਗੇ ਨੇ। ਹੁਣ ਆਪਾਂ ਅਗਨੀਪਥ ਵਾਲਾ ਜਿਹੜਾ ਸਿਸਟਮ ਹੈ, ਇਹ ਇੱਕ ਟੈਂਪਰੇਰੀ ਜੀ ਫੌਜ ਹੈ, ਇਹਨੂੰ ਅਸੀਂ ਪਰਮਾਨੈਂਟ ਫੌਜ ਨਹੀਂ ਮੰਨਦੇ, ਕਿਉਂਕਿ ਮੋਟੀਵੇਸ਼ਨ ਲੈਵਲ ਅਚੀਵ ਕਰਨ ਵਾਸਤੇ ਉਸ ਬੰਦੇ ਦਾ ਉਸ ਫੌਜ ਨਾਲ ਕਮਿਟਮੈਂਟ ਹੋਣੀ ਜ਼ਰੂਰੀ ਹੈ। ਹੁਣ ਇੱਕ 4 ਸਾਲ ਵਾਲੇ ਜਵਾਨ ਦੀ ਕੀ ਕਮਿਟਮੈਂਟ ਹੈ ਉਸ ਯੂਨਿਟ ਨਾਲ, ਉਸ ਰੈਜੀਮੈਂਟ ਨਾਲ, ਜਾਂ ਉਸ ਵਰਦੀ ਨਾਲ? ਉਹਨੂੰ ਇਹ ਹਮੇਸ਼ਾ ਹੀ ਧੜਕੂ ਲੱਗਿਆ ਰਹਿੰਦਾ ਯਾਰ ਹੁਣ ਤਾਂ ਮੇਰੇ ਸਿਰਫ 6 ਮਹੀਨੇ ਰਹਿੰਦੇ ਨੇ, ਮੇਰੇ 4 ਮਹੀਨੇ ਰਹਿੰਦੇ ਨੇ, ਮੈਂ ਚਲਿਆ ਜਾਣਾ। ਉਦੋਂ ਬਾਅਦ ਤਾਂ ਮੈਂ ਫੌਜੀਆਂ ਨੇ ਨਾਲ ਤਾਂ ਮੈਨੂੰ ਪੈਨਸ਼ਨ ਦੇਣੀ ਹੈ, ਨਾ ਮੈਨੂੰ ਕੋਈ ਬੈਨੀਫਿਟ ਦੇਣਾ। ਉਹ ਬਾਹਰ ਆ ਕੇ ਹੋ ਸਕਦਾ ਵੀ ਕੱਲ ਨੂੰ ਰਿਜ਼ਰਵ ਵਾਸਤੇ ਯੂਜ਼ ਹੋਵੇ, ਪਰ ਰਿਜ਼ਰਵ ਵਾਸਤੇ ਯੂਜ਼ ਹੋਣ ਨਾਲੋਂ ਉਹ ਕਿਸੇ ਮਿਸਯੂਜ਼ ਵੀ ਹੋ ਸਕਦਾ, ਕਿਉਂਕਿ ਇੱਕ
50,000 ਤਨਖਾਹ ਲੈਣ ਵਾਲਾ ਆ ਕੇ 10,000 ਰੁਪਈਆ ਜਦੋਂ ਉਹ ਕਿਸੇ ਸਿਕਿਉਰਿਟੀ ਗਾਰਡ ਕਰਕੇ ਲਊਗਾ, ਉਹਦੇ ਮਨ 'ਚ ਕਰੋਸ਼ ਤਾਂ ਜ਼ਰੂਰ ਪੈਦਾ ਹੋਊਗਾ ਕਿ ਮੈਨੂੰ ਕੁਝ ਕੱਢਤਾ ਇਹਨਾਂ ਨੇ, ਮੇਰਾ ਕੀ ਕਸੂਰ ਸੀ, ਮੈਨੂੰ ਭਰਤੀ ਕੀਤਾ, ਫੌਜ ਇਸਤੇਮਾਲ ਕੀਤਾ 4 ਸਾਲ, ਮੈਨੂੰ ਕੱਢਤਾ। ਉਹ ਪੁੱਠੇ ਪਾਸੇ ਵੀ ਪੈ ਸਕਦਾ। ਹੁਣ ਆ ਤੁਸੀਂ ਦੇਖਿਆ ਹੀ ਹੈ, ਆ ਜਿਹੜਾ ਬਿਸ਼ਨੋਈਆਂ ਦੇ ਜਿਹੜੇ ਗੈਂਗ ਨੇ, ਉਹਦੇ 'ਚ ਫੌਜੀ ਵੀ ਤੁਰਿਆ ਫਿਰਦਾ, ਕਿਉਂਕਿ ਇਸ ਤਰ੍ਹਾਂ ਦੇ ਹੋ ਸਕਦਾ ਇਹ ਜ਼ਿਆਦਾ ਹੋਣ, ਕਿਉਂਕਿ ਜਿਹੜਾ ਲੰਬੇ ਸਮੇਂ ਵਾਲਾ ਫੌਜੀ ਹੈ ਉਹਨੂੰ ਉਹਦਾ ਪਰਿਵਾਰ ਹੁੰਦਾ ਹੈ, ਉਹਦਾ ਬਹੁਤ ਕੁਝ ਹੁੰਦਾ ਹੈ, ਉਹਦੇ ਇੰਨੇ ਸਾਲ ਉਹਨੇ ਪੈਨਸ਼ਨ ਲੈਣੀ ਹੁੰਦੀ ਹੈ, ਇਸ ਕਰਕੇ ਉਹ ਡਿਸਿਪਲਿਨ 'ਚ ਜੰਮਦਾ, ਡਿਸਿਪਲਿਨ 'ਚ ਹੀ ਰਹਿੰਦਾ, ਡਿਸਿਪਲਿਨ 'ਚ ਹੀ ਮਰਦਾ। ਇਹ ਬੜਾ ਫਰਕ ਹੈ। ਅਗਨੀਪਥ ਵਾਲਾ 4 ਸਾਲਾਂ ਦੇ ਅੰਦਰ ਉਹ ਤਾਂ ਬੇਸਿਕਲੀ ਇੱਕ ਆਉਣ ਜਾਣਾ ਹੈ, ਉਹ ਤਾਂ ਕੋਈ, ਮੈਂ ਨਹੀਂ ਸਮਝਦਾ ਕਿ ਬਹੁਤੀ ਚੰਗੀ ਸਕੀਮ ਹੈ ਉਹ ਕਿਸੇ ਪਾਸੇ। ਕਿਸੇ ਵੀ ਯੂਨਿਟ ਦੇ ਅਫਸਰ ਨੂੰ ਪੁੱਛ ਲਓ, ਕਿਸੇ ਜੇਸੀਓ ਨੂੰ ਪੁੱਛ ਲਓ, ਉਹ ਇਹ ਜਿਹਾ ਕਿਸੇ ਨੂੰ ਰਿਕਮੈਂਡ ਨਹੀਂ ਕਰੂਗਾ ਕਿ ਟੈਂਪਰੇਰੀ ਫੌਜੀ ਆਉਣ ਤੇ ਟੈਂਪਰੇਰੀ ਫੌਜੀ ਚਲੇ ਜਾਣ ਸਾਡੇ। ਇਹਦੇ ਤੇ ਗਵਰਨਮੈਂਟ ਨੂੰ ਸ਼ਾਇਦ ਹੋ ਸਕਦਾ ਹੈ ਕਿ ਹਾਲੇ ਇਹ ਜਦੋਂ ਪਹਿਲੀ ਵਾਰੀ ਜਦੋਂ ਉਹ ਕਰਨਗੇ 4 ਸਾਲ ਬਾਅਦ ਕੱਢਣਗੇ ਜਿਹੜੇ ਹੁਣ ਅੱਜ ਭਰਤੀ ਹੋਏ ਨੇ, ਉਸ ਵੇਲੇ ਪਤਾ ਲੱਗੂ ਕਿ ਕੀ ਬਣਿਆ ਕੀ ਨਹੀਂ ਬਣਿਆ। ਹਾਲੇ ਇਹ ਨਵੀਂ ਸਕੀਮ ਲਾਂਚ ਕਰ ਰਹੇ ਨੇ, ਜਿਹਦੇ ਜਾ ਕੇ ਫਾਇਦੇ ਸੁਖਵਿੰਦਰ ਪਤਾ ਕੋ ਹੋਣੇ ਨੇ, ਉਹ ਹੋਣੇ ਨੇ ਜਾ ਕੇ 2036-37 ਤੋਂ ਬਾਅਦ। ਕਿਉਂ? ਕਿਉਂਕਿ ਜਿਹੜੇ 2020 ਤੱਕ ਭਰਤੀ ਹੋਏ ਫੌਜੀ ਨੇ, ਉਹ ਜਦੋਂ ਉਹ ਰਿਟਾਇਰ ਹੋਣਗੇ ਉਸ ਵੇਲੇ ਇਹ ਅਗਨੀਪਥਾਂ ਦਾ ਪਤਾ ਲੱਗੂਗਾ ਕਿ ਉਹ ਕਿੰਨੇ ਕੁ ਕਾਰਗਰ ਹੋਣਗੇ। ਜਿਹੜੇ ਪੈਨਸ਼ਨ ਦਾ ਜਿਹੜਾ ਕੋਈ ਫਾਇਦਾ ਹੋਊਗਾ ਨਾ, ਗਵਰਨਮੈਂਟ ਨੂੰ ਵੀ ਪੈਨਸ਼ਨ ਹੀ ਦੇਣੀ ਪੈਣੀ, ਉਹ ਜਾ ਕੇ ਅੱਜ ਤੋਂ 15-18 ਸਾਲਾਂ ਬਾਅਦ ਕਿਤੇ ਪਤਾ, ਉਦੋਂ ਪਹਿਲਾਂ ਨਹੀਂ ਪਤਾ ਲੱਗਦਾ। ਕੋਈ ਫਾਈਨੈਂਸ਼ੀਅਲ ਬੈਨੀਫਿਟ ਤੋਂ ਪਹਿਲਾਂ ਨਹੀਂ। ਇੱਕ ਹੋਰ ਸਮਰਾ ਸਾਹਿਬ ਇਹਦੇ ਨਾਲ ਜੁੜਦਾ ਸਵਾਲ ਹੋ ਜਾਂਦਾ ਕਿ ਆਰਮੀ ਤੇ ਸਰਕਾਰ ਦੇ ਵੱਲੋਂ, ਆਰਮੀ ਦੇ ਜਿਹੜੇ ਵੱਖ-ਵੱਖ ਵਿੰਗ ਨੇ ਉਹਨਾਂ ਵੱਲੋਂ ਡਿਫੈਂਡ ਵੀ ਕੀਤਾ ਜਾ ਰਿਹਾ, ਕਿਹਾ ਜਾ ਰਿਹਾ ਕਿ ਅਸੀਂ ਰਾਖਵਾਂ ਕਰਨ ਦਿਆਂਗੇ ਇਹਨਾਂ ਨੂੰ, ਇਸ ਲਈ ਨੌਜਵਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਅਪਲਾਈ ਕਰ ਰਹੇ ਨੇ। ਤੁਸੀਂ ਇੱਕ ਚੀਜ਼ ਦੇਖੋ, ਇੰਝ ਕਰੋ, ਕਿਸੇ ਜਗ੍ਹਾ ਚਲੇ ਜਾਓ, ਬੇਰੁਜ਼ਗਾਰੀ ਜਦੋਂ ਇੰਨੀ ਫੈਲੀ ਹੋਵੇ, ਇਕੋਨੋਮੀ ਤੁਹਾਡੀ ਇਨਫਲੇਸ਼ਨ ਇੰਨੀ ਹਾਈ ਹੋਵੇ, ਜੌਬਸ ਉਨੀਆਂ ਹੋਣ ਨਾ, ਤੁਹਾਡੇ ਕੋਲੇ ਨੌਕਰੀ 130 ਕਰੋੜ ਹੋਣ, ਜਿਹਦੇ ਚੋਂ ਲੱਖਾਂ ਵਿਹਲੇ ਫਿਰਦੇ ਹੋਣ, ਚਲੋ ਬੰਦਾ ਸੋਚਦਾ ਚੱਲ ਯਾਰ 4 ਸਾਲ ਲਾ ਕੇ ਆ ਜਾਵਾਂਗੇ, ਕੁਛ ਤਾਂ ਕਮਾ ਕੇ ਲਿਆਵਾਂਗੇ। ਉਹ ਇਸ ਕਰਕੇ ਬੇਰੁਜ਼ਗਾਰੀ ਹੈ। ਜੌਬਸ ਕਿੱਥੇ ਨੇ? ਸਰਕਾਰੀ ਜੌਬਸ ਨਾ ਸੈਂਟਰ ਦੀਆਂ ਨਾ ਸਟੇਟਾਂ ਦੀਆਂ ਕਿੰਨੀਆਂ ਕੁ ਭਰੀਆਂ ਜਾਂਦੀਆਂ ਨੇ। ਪ੍ਰਾਈਵੇਟ ਸੈਕਟਰ 'ਚ ਕਿੰਨੀਆਂ ਜੌਬਸ ਹੈਗੀਆਂ ਜਿਹੜੀਆਂ ਕਿ ਕੋਈ ਵੈਲ ਪੇਇੰਗ ਜੌਬਸ ਨੇ, ਦੱਸੋ ਕਿੰਨੀਆਂ ਕੁ ਨੇ। ਜਿਹੜਾ +2 ਜਾਂ ਫੌਜ ਭਰਤੀ ਹੁੰਦਾ ਸੀ, ਉਹ ਐਟਲੀਸਟ ਉਹਨੂੰ ਫੌਜੀ ਨੂੰ ਇਹ ਹੁੰਦਾ ਸੀ ਕਿ ਮੇਰਾ ਉਦੋਂ ਬਾਅਦ ਮੇਰੀ ਜ਼ਿੰਦਗੀ ਠੀਕ ਰਹੂਗੀ, ਕਿਉਂਕਿ 30-25 ਸਾਲ ਨੌਕਰੀ ਕਰਦਾ ਸੀ। ਹੁਣ ਇਹ ਕਿੱਥੇ ਜਾਣਗੇ? ਇਹ ਜੌਬ ਤਾਂ ਮਜਬੂਰੀ ਨੂੰ ਹੈ। ਜੌਬ ਕਰਨਾ ਕੋਈ ਇਹ ਨਹੀਂ ਹੈ ਕਿ ਹੋਰ ਜਾਣਾ ਕਿੱਥੇ ਹੈ। ਪਹਿਲਾਂ ਵੀ ਐਵੇਂ, ਜਿਵੇਂ ਜਦੋਂ ਫੌਜ ਦੀਆਂ ਭਰਤੀ ਦੀਆਂ ਰੈਲੀਆਂ ਹੁੰਦੀਆਂ ਨੇ, ਉੱਥੇ ਲੱਖਾਂ ਆਉਂਦੇ ਨੇ, ਹਜ਼ਾਰਾਂ ਸਿਲੈਕਟ ਹੁੰਦੇ ਨੇ, ਉਹਨਾਂ ਚੋਂ ਕਈ ਵਾਰੀ ਸੈਂਕੜੇ ਸਿਲੈਕਟ ਹੁੰਦੇ ਨੇ 25-30 ਹਜ਼ਾਰ ਦੇ ਵਿੱਚੋਂ। ਇਹ ਤਾਂ ਪਹਿਲਾਂ ਵੀ ਹੁੰਦਾ ਰਸ਼। ਇਹ ਗੱਲ ਨਹੀਂ, ਇਹ ਤਾਂ ਸਿਰਫ ਦਿਖਾਉਣ ਦੀ ਗੱਲ ਹੈ। ਇੱਕ ਅਗਨੀਵੀਰ ਨਾਂ ਦੇਣ ਨਾਲ ਕੋਈ ਅੱਗ ਫੈਂਕਣ ਵਾਲਾ ਬੰਦਾ ਥੋੜਾ ਬਣ ਜਾਂਦਾ। ਉਹ ਨਾਂ ਹੈ, ਇੱਕ ਸੋਲਜਰ ਦਾ ਨਾਂ ਹੈ। ਪਹਿਲਾਂ ਸੋਲਜਰ ਦਾ ਨਾਂ ਸੋਲਜਰ ਸੀ, ਹੁਣ ਉਹ ਤੁਸੀਂ ਅਗਨੀਵੀਰ ਕਹਿਤਾ। ਉਹ ਕੋਈ ਜਿਵੇਂ ਉਹ ਕਹਿੰਦੇ ਹੁੰਦੇ ਨੇ, ਜਿਹੜਾ ਅੱਗ ਸਿੱਟਣ ਵਾਲਾ ਕੋਈ ਉਹ ਸਿਸਟਮ ਥੋੜਾ ਬਣ ਜਾਂਦਾ, ਤਾਂ ਨਾਂ ਦਿੱਤਾ। ਇਹ ਤਾਂ ਸਿਰਫ ਇੱਕ ਬੇਸਿਕਲੀ ਮੋਟੀਵੇਟ ਕਰਨ ਦਾ ਸਿਰਫ ਇੱਕ ਨਾਮ ਹੈ, ਹੋਰ ਕੁਝ ਨਹੀਂ। ਇਦੋਂ ਵੱਧ ਇਹਦੇ ਬਾਰੇ ਗਵਰਨਮੈਂਟ ਸ਼ਾਇਦ ਬੇਸਿਕਲੀ ਅੰਦਰ ਉਹਨਾਂ ਨੂੰ ਵੀ ਪਤਾ ਲੱਗ ਚੁੱਕਿਆ ਹੈ ਕਿ ਇਹਨੂੰ ਇੰਨਾ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ। ਕਿਉਂਕਿ ਹਰਿਆਣੇ 'ਚ ਜੱਟਾਂ ਨੇ ਤਾਂ ਬਹੁਤ ਰੌਲਾ ਪਾਇਆ ਕਿ ਅਸੀਂ ਇਹ ਕਿਉਂ, ਅਸੀਂ ਕੀ ਕਰਾਂਗੇ, ਕਿੱਧਰ ਜਾਵਾਂਗੇ। ਕਿਉਂਕਿ ਪੰਜਾਬ, ਹਰਿਆਣਾ, ਰਾਜਸਥਾਨ ਇਸ ਜਗ੍ਹਾ ਤੋਂ, ਦੈਨ ਹਿਮਾਚਲ ਪ੍ਰਦੇਸ਼, ਇਸ ਜਗ੍ਹਾ ਤੋਂ ਬਹੁਤ ਜ਼ਿਆਦਾ ਫੌਜੀ ਜਾਂਦੇ। ਹੁਣ ਇਹਨਾਂ ਸਟੇਟਾਂ ਤੇ ਬਹੁਤ ਜ਼ਿਆਦਾ ਦਾ ਬੁਰਾ ਅਸਰ ਹੋਊਗਾ, ਕਿਉਂਕਿ ਰਿਕਰੂਟਮੈਂਟ ਇੱਥੋਂ ਬਹੁਤ ਹੁੰਦੀ ਸੀ। ਜਾਟ ਰੈਜੀਮੈਂਟ ਹੈ, ਸਿੱਖ ਰੈਜੀਮੈਂਟ ਹੈ, ਪੰਜਾਬ ਰੈਜੀਮੈਂਟ ਹੈ, ਡੋਗਰਾ ਰੈਜੀਮੈਂਟ ਹੈ, ਦੈਨ ਹੋਰ ਰੈਜੀਮੈਂਟਾਂ ਨੇ, ਰਾਜਪੂਤਾਨਾ ਰਾਈਫਲਸ ਹੈ, ਰਾਜਪੂਤ ਨੇ। ਇਸ ਕਰਕੇ ਇਹਦੇ ਨਾਲ ਮੈਂ ਨਹੀਂ ਸਮਝਦਾ ਇਹਨੂੰ ਬਹੁਤ ਵਧੀਆ ਸਕੀਮ ਹੈ। ਇਹਨੂੰ ਸਕੀਮ ਨੂੰ ਕੋਈ ਵੀ ਫੌਜੀ ਤਾਂ ਵਧੀਆ ਨਹੀਂ ਸਮਝਦਾ, ਪਰ ਹੁਣ ਫੌਜੀਆਂ ਦੇ ਜਿਹੜੇ ਵਿਚਾਰੇ ਬੈਠੇ ਨੇ, ਤਾਂ ਮਜਬੂਰੀ ਹੈ, ਬੋਲਣਾ ਤਾਂ ਪੈਣਾ ਹੈ। ਸਰਕਾਰ ਨੂੰ ਕਿਵੇਂ ਕਹਿ ਦੇਣਗੇ ਅਸੀਂ ਨਹੀਂ ਬੋਲਾਂਗੇ, ਕਿਵੇਂ ਬੋਲ ਦੇਣਗੇ। ਸਮਰਾ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਹੁਣ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਪੈਨਸ਼ਨ ਦਾ ਵੀ ਖਰਚਾ ਬਚਾ ਲੈਣਾ। ਤੁਸੀਂ ਕਿਹਾ ਕਿ ਲੌਂਗ ਟਰਮ ਦੇ ਵਿੱਚ ਇਹਨਾਂ ਨੂੰ ਲੱਗ ਜਾਏਗਾ ਪਤਾ 18-20 ਸਾਲਾਂ ਦੇ ਬਾਅਦ ਕਿ ਕੀ ਹਸ਼ਰ ਹੁੰਦਾ ਮੁਲਕ ਦੀ ਫੌਜ ਦਾ, ਕਿਉਂਕਿ ਸੁਰੱਖਿਆ ਦੇ ਲੈਵਲ ਦੇ ਉੱਤੇ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਇਹਦੇ 'ਚ ਕੋਈ ਬੈਨੀਫਿਟ ਹੋਣੇ ਨੇ ਉਦੋਂ ਹੀ ਹੋਣੇ ਨੇ ਜਦੋਂ 2020 'ਚ ਜਿਹੜੇ ਭਰਤੀ ਹੋਏ ਸੀ ਉਹ ਰਿਟਾਇਰ ਹੋਣਗੇ। ਉਹਨਾਂ ਨੇ 20 ਸਾਲ ਨੌਕਰੀ ਕਰਕੇ, ਜਦ ਉਹਨਾਂ ਦੀ 18 ਸਾਲ ਨੌਕਰੀ ਕਰਕੇ ਉਹ ਜਾ ਕੇ 34, 35, 36 'ਚ ਜਾ ਕੇ ਉਹਨਾਂ ਨੇ ਕਿਸੇ ਨੇ ਰਿਟਾਇਰ ਹੋਣਾ।
ਉਦੋਂ ਹੀ ਬੈਨੀਫਿਟ ਹੋਊਗਾ ਨਾ, ਕਿ ਉਦੋਂ ਹੀ ਪੈਨਸ਼ਨ ਬਿੱਲ ਘਟੂਗਾ, ਉਦੋਂ ਪਹਿਲਾਂ ਤਾਂ ਘਟਣਾ ਨਹੀਂ ਹੈ। ਹੋ ਸਕਦਾ ਕਿ ਨਵੇਂ ਨਹੀਂ ਭਰਤੀ ਕਰ ਰਹੇ, ਪਰ ਭਰਤੀ ਹੋ ਕੇ ਜਵਾਨ ਉਹ ਤਨਖਾਹ ਤਾਂ ਲੈ ਰਹੇ ਨੇ ਨਾ, ਪੈਨਸ਼ਨ ਨਹੀਂ ਦੇ ਰਹੇ ਤੁਸੀਂ, ਤਨਖਾਹ ਤਾਂ ਉਹ ਲੈਣਗੇ ਜਿੰਨੇ ਰਹਿਣਗੇ। ਮੈਂ ਇਹ ਸਮਝਦਾ ਚਾਹੇ ਆਪਾਂ ਨੂੰ ਕਿਸੇ ਪਾਸਿਓਂ ਕਾਸਟ ਕਟਿੰਗ ਕਰਨੀ ਪਵੇ, ਫੌਜ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ। ਇਹਦੇ ਵਾਸਤੇ ਈਵਨ ਚਾਹੇ ਵੋਲੰਟਰੀ ਲੋਕਾਂ ਤੋਂ ਡੋਨੇਸ਼ਨਾਂ ਲੈਣੀਆਂ ਵੀ ਪੈਣ ਤਾਂ ਵੀ ਜ਼ਰੂਰਤ ਕਰੋ। ਹੁਣ ਹਰ ਇੱਕ ਚੀਜ਼ ਤੇ ਆਪਾਂ ਟੈਕਸ ਲਾ ਕੇ ਰੱਖਿਆ ਕਿ ਇੱਕ ਆਪਾਂ ਇਹ ਨਹੀਂ ਕਰਦੇ ਵੀ ਫੌਜ ਵਾਸਤੇ ਵੀ ਇੰਨਾ ਆਪਾਂ ਕਰੀਏ, ਕੁਝ ਦਿੱਤਾ ਜਾਵੇ। ਜਿਹੜਾ ਮੈਂ ਪਿਛਲੀ ਵਾਰੀ ਸੁਜੈਸ਼ਨ ਦਿੱਤਾ ਸੀ, ਕਿਉਂ ਨਹੀਂ ਅਸੀਂ ਪੁਲਿਸ ਦੇ ਸਾਰੇ CRP BSF ਉਹਨਾਂ ਦੇ ਸਾਰੇ ਜਵਾਨਾਂ ਤੋਂ ਪਹਿਲਾਂ 4 ਸਾਲ ਨੌਕਰੀ ਕਰਾਉਂਦੇ ਫੌਜ 'ਚ। ਸਾਰਿਆਂ ਤੋਂ ਵਧੀਆ ਤਰੀਕਾ ਹੈ। ਨਾਲ ਉਹਨਾਂ ਦੇ ਸਖਤ ਸ਼ਰਤਾਂ ਲਾਓ ਕਿ ਤੁਸੀਂ ਉੱਥੇ ਵਧੀਆ ਕੰਮ ਕਰੋਗੇ, ਤੁਹਾਨੂੰ ਇੱਥੇ ਪ੍ਰਮੋਸ਼ਨ ਮਿਲੂਗਾ ਆ ਕੇ। 5 ਸਾਲ ਜਦੋਂ ਉਹ ਨੌਕਰੀ ਕਰਕੇ ਆਉਣਗੇ, ਉਹ ਆਪਣੇ ਥਾਣਿਆਂ ਦੀ, ਆਪਣੇ ਬਾਕੀ ਸਿਸਟਮ ਦੀ ਹਾਲਾਤ ਸੁਧਾਰ ਦੇਣਗੇ, ਕਿਉਂਕਿ ਉਹ ਡਿਸਿਪਲਿਨ 'ਚ ਜਿਉਣ ਦੀ ਆਦਤ ਬਣ ਜਾਂਦੀ ਹੈ 5 ਸਾਲ। ਇਹ ਆਪਣੇ ਪੁਲਿਸ ਦੇ ਸਿਪਾਹੀਆਂ ਦਾ ਉਹ ਡਿਸਿਪਲਿਨ ਹੈ ਜਿਹੜਾ ਫੌਜੀਆਂ ਦਾ ਹੁੰਦਾ ਨਹੀਂ, ਕਿਉਂਕਿ ਇਸ ਜਗ੍ਹਾ ਤੇ ਇੱਥੇ ਚੱਲਦਾ ਹੈ, ਉੱਥੇ ਚੱਲਦਾ ਨਹੀਂ ਹੈ, ਉੱਥੇ ਚੱਲਣਾ ਪੈਂਦਾ ਹੈ। ਉੱਥੇ ਸਿਸਟਮ ਇਹ ਬਣਾਇਆ ਜਾਂਦਾ, ਚੱਲਣਾ ਪੈਂਦਾ ਤੁਹਾਨੂੰ। ਉੱਥੇ ਤਾਂ ਤੁਸੀਂ ਐ ਨਹੀਂ ਹੋ ਸਕਦਾ ਵੀ ਡਿਊਟੀ ਤੇ ਇੱਕ ਮਿੰਟ ਤੁਹਾਡੀ ਅੱਖ ਲੱਗ ਗਈ ਤਾਂ ਤੁਹਾਨੂੰ ਕੋਈ ਬਖਸ਼ ਦੂਗਾ, ਸਖਤ ਸਜ਼ਾ ਮਿਲਦੀ ਆ। ਇੱਥੇ ਤਾਂ ਭੱਜ ਲੈਂਦੇ ਨੇ ਡਿਊਟੀਆਂ ਛੱਡ ਕੇ। ਇਸ ਕਰਕੇ ਇਹ ਜ਼ਿਆਦਾ ਵਧੀਆ ਤਰੀਕਾ ਸੀ ਰਾਦਰ ਦੈਨ ਅਗਨੀਵੀਰ ਕਿ CRP BSF ਸਾਰੀਆਂ ਸਟੇਟ ਪੁਲਿਸਾਂ ਨੂੰ ਦੇ ਦਿਓ 2-2000 ਵੈਕੈਂਸੀਆਂ ਕਿ ਤੁਸੀਂ ਇੰਨੇ ਤੁਹਾਡੇ ਪੁਲਿਸ ਵਾਲੇ ਇੱਥੇ ਆਉਣਗੇ, 5 ਸਾਲ ਨੌਕਰੀ ਕਰਨਗੇ, ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਇੱਥੇ ਡਿਪਲੋਏ ਕਰ। ਇਹ ਜ਼ਿਆਦਾ ਬੈਟਰ ਸੀ, ਇਹ ਜ਼ਿਆਦਾ ਬੈਟਰ ਆਪਸ਼ਨ, ਪਰ ਸਰਕਾਰ ਨਹੀਂ ਸੁਣਦੀ। ਸ਼ੁਕਰੀਆ ਸਮਰਾ ਸਾਹਿਬ, ਧੰਨਵਾਦ ਤੁਹਾਡਾ। ਓਕੇ ਸੁਖਵਿੰਦਰ, ਸਤਿ ਸ਼੍ਰੀ ਅਕਾਲ।